ਤਸੱਲੀ ਨਾਲ ਰਾੜ ਨੂੰ ਕ੍ਰਾਸ ਕਰਨਾ ਹੁੰਦਾ ਤਾਂ ਕਿ ਅੰਦਰੋਂ ਯੂਟਰਸ ਜਿਹੜੀ ਹੈ ਨਾ ਬੱਚੇਦਾਨੀ ਉਹ ਜ਼ਖਮੀ ਨਾ ਹੋ ਜਾਏ। ਅੱਛਾ। ਉਸ ਤੋਂ ਬਾਅਦ ਮੈਟਰੀਕਿਓਰ ਹੈ ਜਿਹੜੀ ਉਹ ਇਸ ਤਰ੍ਹਾਂ ਦੀ ਸਿਰਿੰਜ ਵਿੱਚ ਪਾ ਲੈਣੀ ਹੁੰਦੀ ਹੈ ਕਿਉਂਕਿ ਉਹ ਜਿਹੜੀ ਮੈਟਰੀਕਿਓਰ ਟਿਊਬ ਜਿਹੜੀ ਉਹ ਆਂਦੀ ਹੈ ਉਹ ਡਾਇਰੈਕਟ ਨਹੀਂ ਰੱਖ ਸਕਦੇ। ਅੱਛਾ। ਉਹ ਸ਼ੀਥ ਦੇ ਹਿਸਾਬ ਨਾਲ ਨਾ ਇਹਦਾ ਇੱਕ ਮੂੰਹ ਬਣਿਆ ਹੋਇਆ ਸਿਰਿੰਜ ਦਾ, ਫਿਰ ਇਹਦੇ ਵਿੱਚ ਪਾ ਕੇ ਉਹਨੂੰ ਪੁਸ਼ ਕਰ ਦੇਣਾ। ਹੁਣ ਤੁਹਾਨੂੰ ਕਿੱਦਾਂ ਪਤਾ ਚੱਲਿਆ ਕਿ ਰਾੜ ਬਿਲਕੁਲ ਬੱਚੇਦਾਨੀ ਦੇ ਉੱਤੇ ਹੈ? ਜੀ ਮੈਂ ਜਦੋਂ ਅੰਦਰ ਹੱਥ ਪਾਇਆ ਸੀ ਰੈਕਟਮ 'ਚ, ਮੈਂ ਉਸ ਟਾਈਮ ਹੀ ਤਸੱਲੀ ਕਰ ਲਈ ਸੀ ਕਿ ਮੇਰਾ ਰਾੜ ਜਿਹੜਾ ਨਾ ਸਰਵੈਕਸ ਕ੍ਰਾਸ ਕਰਕੇ ਅੰਦਰ ਬੱਚੇਦਾਨੀ 'ਚ ਚਲਾ ਗਿਆ। ਠੀਕ ਹੈ। ਇਹ ਜਿਹੜਾ ਇਹ ਅਸੀਂ ਨਾਲ ਇੱਕ ਲਾ ਦੇਣਾ ਹੁਣ ਇਹਨੂੰ। ਅੱਛਾ। ਇਹਦੇ ਨਾਲ ਕੀ ਹੋਏਗਾ ਕਿ ਅੰਦਰੋਂ ਜਿਹੜਾ ਮਵਾਦ ਹੈ ਨਾ ਬਾਹਰ ਜ਼ਿਆਦਾ ਤੋਂ ਜ਼ਿਆਦਾ ਕੱਢੇਗੀ। अच्छा। अस्सलामुअलैकुम, मैं हूं अतीक इस्लाम। इस वक्त मैं डॉक्टर अली रज़ा साहब के साथ मौजूद हूं और इस वक्त मौजूद हैं जीएन डेयरी फार्म पे। बेसिकली ये फ्रीजन का फार्म है और गाहे बगाहे मैं यहाँ पर वीडियोस वगैरह तैयार करता रहता हूँ। इस वक्त डॉक्टर साहब जो है वो कुछ मेडिसिन रखने लगे हैं जानवर को और मेडिसिन रखने की वजह पूछते हैं इनसे और ये पूछते हैं कि जी डॉक्टर साहब ये जानवर ने बच्चा कब डिलीवर किया और बेसिकली किस चीज़ की आप दवाई जो है वो रखने लगे हैं। अस्सलाम वालेकुम। वालेकुम अस्सलाम। डॉक्टर साहब फिर आज पंजाबी च कर लिए व्लॉग? जी जी चलो पंजाबी भरावां वास्ते जी अज व्लॉग तैयार करते हैं। डॉक्टर साहब ये दसो कि ਇਹ ਚੀਜ਼ਾਂ ਜਿਹੜੀਆਂ ਵਾ ਸਭ ਤੋਂ ਪਹਿਲੇ ਦੱਸੋ ਕਿ ਕਰਨ ਕੀ ਲੱਗੇ ਹੋ ਤੁਸੀਂ? ਇਹ ਸਰ ਅਸੀਂ ਇਸ ਜਾਨਵਰ ਨੂੰ ਨਾ ਮੈਡੀਸਨ ਰੱਖਣ ਲੱਗੇ ਯੂਟਰਸ ਦੇ ਵਿੱਚ। ਠੀਕ ਹੋ ਗਿਆ। ਇਹਦੀ ਬੱਚੇਦਾਨੀ ਦੇ ਵਿੱਚ ਕੁਝ ਫਾਰਮਰਸ ਦਾ ਸਵਾਲ ਹੁੰਦਾ ਵੀ ਹੈ ਕਿ ਜਾਨਵਰ ਸਾਡਾ ਨਾ ਪ੍ਰੈਗਨੈਂਟ ਨਹੀਂ ਹੋ ਰਿਹਾ। ਅੱਛਾ। ਸਾਲ ਹੋ ਗਿਆ, ਕਈਆਂ ਨੂੰ 2 ਸਾਲ ਹੋ ਗਏ, ਕੋਈ ਤੰਗ ਆ ਕੇ ਸੇਲ ਵੀ ਕਰ ਦਿੰਦੇ। ਉਹ ਗੱਭਣ ਨਾ ਹੋਣ ਦੀਆਂ ਵਜੂਹਾਤ ਦੇ ਵਿੱਚੋਂ ਨਾ ਇੱਕ ਵਜ੍ਹਾ ਇਹ ਵੀ ਹੁੰਦੀ ਕਿ ਜਾਨਵਰ ਦੀ ਬੱਚੇਦਾਨੀ ਦੇ ਅੰਦਰ ਨਾ ਪਸ ਪੈ ਜਾਂਦੀ ਹੈ। ਅੱਛਾ। ਇਨਫੈਕਸ਼ਨ ਹੋ ਜਾਂਦਾ। ਠੀਕ ਹੈ। ਉਹ ਫਾਰਮਰ ਨੂੰ ਕਿਵੇਂ ਪਤਾ ਲੱਗਣਾ ਹੈ? ਉਹ ਇਸ ਤਰ੍ਹਾਂ ਪਤਾ ਲੱਗਣਾ ਕਿ ਜਦੋਂ ਜਾਨਵਰ ਬਹੇਗਾ ਨਾ ਪੱਠੇ ਛਟੇ ਖਾ ਕੇ, ਜੀ ਉਹ ਜਾਨਵਰ ਪਿੱਛੋਂ ਆਪਣੀ ਵਲਵਾ ਦੇ ਵਿੱਚੋਂ ਨਾ ਪਿਸ਼ਾਬ ਵਾਲੀ ਜਗ੍ਹਾ ਤੋਂ ਪੀਲੇ ਜਿਹੇ ਕਲਰ ਦਾ ਮਵਾਦ ਕੱਢ ਰਿਹਾ ਹੋਏਗਾ। ਅੱਛਾ। ਤੇ ਉਹ ਅਗਰ ਜ਼ਿਆਦਾ ਹੋਏਗਾ ਇਨਫੈਕਸ਼ਨ ਤੇ ਉਹਦੇ ਵਿੱਚੋਂ ਬਾਜ਼ ਔਕਾਤ ਨਾ ਸਮੈਲ ਵੀ ਆਉਂਦੀ ਹੁੰਦੀ ਹੈ। ਅੱਛਾ। ਤੇ ਇਹ ਹੁਣ ਅਸੀਂ ਇਹਨੂੰ ਨੋਟ ਕੀਤਾ ਹੈ ਕਿ ਇਹਦੇ ਅੰਦਰ ਨਾ ਇਨਫੈਕਸ਼ਨ ਹੈ। अगर इन्फेक्शन का ना पता चल सके तो अल्ट्रासाउंड भी कर सकते हैं। अच्छा ये दसो डॉक्टर साहब पस आ रही सी इस टाइम? हाँ जी ये अंदर ना पस आ रही है। ठीक हो गया। अच्छा वैसे पिछली दफा असीं डिस्कस किया सीगा कि जल्दी प्रेगनेंट ना होने की बेसिकली वजह जिहड़ी वड्डी वजह है कि जानवर चों पस आ रही हुंदी है। जी जी ओहदी सफाई सही नहीं हुंदी। जी जी सफाई सही नहीं हुंदी। असल च इदां हुंदा कि जानवर जो बच्चा दिंदा ना जी जी जानवर दी सेहत चंगी नहीं हुंदी। जी जी फार्मर खर्चा नहीं करदे। अच्छा। ते ਉਹ ਫਿਰ ਨਾ जानवर एक ते बच्चा खुद डिलीवर नहीं कर सकता, कढ़ना पैंदा जिन्हों डिस्टोकिया कहंदे। ठीक है। वो जो हाथ पा के अंदरों कढ़दे ना फिर वो सफाई का ख्याल नहीं रखते। अच्छा। वो जोर लांदे आने वाह जिहदी वजह तो ना अंदरों एक ते जख्म हो जांदे आ, इन्फेक्शन हो जांदा। ठीक है। फिर वो जानवर बाद च प्रेगनेंट नहीं हुंदा। अच्छा। ओदा फिर हल असीं ये करदे आ कि असीं हर जानवर नूं ना मैट्रीक्योर रखदे आ। अच्छा। जिहदे नाल इस तरह का मसला बनदा है जिहदी असीं जेर कड्ढी है जां बच्चा कड्ढिया ना। डॉक्टर साहब थोड़ा जिहड़े पंजाबी भरा ने उन्हां दी आसान ज़बान दे विच वी उन्हां नूं समझाओ, गल्लां करो। अंग्रेजी दे विच तुसीं दसी जा रहे हो, गल आपां पंजाबी च कर रहे हैं। ਤੁਹਾਡੀ ਅਸਲ ਦੇ ਵਿੱਚ ਡਾਕਟਰ ਸਾਹਿਬ ਲੈਂਗੁਏਜ ਜਿਹੜੀ ਹੈ ਨਾ ਤੁਸੀਂ ਹੈਗੀ ਆ ਪੜ੍ਹਾਈ ਵਾਲੀ ਲੈਂਗੁਏਜ, ਡਾਕਟਰਾਂ ਦੀ ਲੈਂਗੁਏਜ, ਲੇਕਿਨ ਇਹ ਜਿਹੜੇ ਸਾਦੇ ਭਰਾ ਨੇ ਨਾ ਉਹਨਾਂ ਨੂੰ ਜ਼ਰਾ ਸਮਝਾਓ। ਹਾਂਜੀ ਉਹਨਾਂ ਲਈ ਇਹੀ ਹੈ ਕਿ ਜਾਨਵਰ ਨੂੰ ਚੈੱਕ ਕਰਾਉਣ ਕਿਸੇ ਚੰਗੇ ਡਾਕਟਰ ਕੋਲੋਂ। ਅੱਛਾ। ਅਗਰ ਉਹਦੇ ਅੰਦਰ ਇਨਫੈਕਸ਼ਨ ਹੈ ਨਾ ਤੇ ਉਹਨੂੰ ਦਵਾਈ ਰਖਾਣ। ਅੱਛਾ। ਉਹਦੇ ਵਿੱਚ ਫਿਰ ਮੁxtਲਿਫ ਦਵਾਈਆਂ ਉਹਨਾਂ ਦੇ ਜੇਬ ਦੇ ਬਜਟ ਦੇ ਹਿਸਾਬ ਨਾਲ ਜਿਹੜਾ ਅਸੀਂ ਜਿਹੜਾ ਫਾਰਮ ਤੇ ਰੱਖਦੇ ਆ ਉਹ ਮੈਟਰੀਕਿਓਰ। ਠੀਕ ਹੈ। ਇਹਦੀ ਕੀਮਤ ਜਿਹੜੀ ਹੈ ਉਹ 3000 ਦੇ ਲਗਭਗ ਆ। ਅੱਛਾ। ਇਹ ਦਿਖਾ ਦਿਓ। ਹਾਂਜੀ ਇਹ ਮੈਟਰੀਕਿਓਰ ਫੜ ਕੇ ਦਿਖਾਓ। ਇਹ ਮੈਟਰੀਕਿਓਰ ਟਿਊਬ ਹੈ ਜੀ। ਅੱਛਾ। ਇਹ ਤਕਰੀਬਨ ਲਗਭਗ 3000 ਦੇ ਰਾਉਂਡ ਅਬਾਊਟ ਇਹਦੀ ਕੀਮਤ ਹੈ। ਅੱਛਾ। ਇਹਦਾ ਕੀ ਫਾਇਦਾ ਹੋਏਗਾ? ਇਹਦਾ ਫਾਇਦਾ ਇਹ ਹੈ ਜਿਹੜਾ ਅੰਦਰ ਬੈਕਟੀਰੀਅਲ ਇਨਫੈਕਸ਼ਨ ਹੈ ਨਾ ਉਹਨੂੰ ਖਤਮ ਕਰ ਦੇਗਾ ਇਹ। ਅੱਛਾ। ਬੱਚੇਦਾਨੀ ਦੇ ਵਿੱਚੋਂ? ਹਾਂਜੀ ਇਹ ਇੱਕ ਟਿਊਬ ਰੱਖਣੀ ਪਏਗੀ। ਕੁਝ ਦੋਸਤ ਰੱਖ ਰਹੇ ਹੁੰਦੇ ਆਕਸੀ ਜਾਂ ਕੋਈ ਹੋਰ ਮੈਡੀਸਨ, ਉਹ ਬਾਰ-ਬਾਰ ਰੱਖ ਰਹੇ ਹੁੰਦੇ, ਬਾਰ-ਬਾਰ ਜਾਨਵਰ ਨੂੰ ਪਕੜਨਾ, ਡਿਸਟਰਬ ਕਰਨਾ। ਤੁਸੀਂ ਇਦਾਂ ਹੁਣ ਹੱਥ ਪਾ ਕੇ ਕੀ ਚੈੱਕ ਕਰ ਰਹੇ ਸੀਗੇ? ਇਹ ਮੈਂ ਅੰਦਰ ਚੈੱਕ ਕਰ ਰਿਹਾ ਸੀ ਇਹਦਾ ਕਿ ਅੰਦਰ ਇਨਫੈਕਸ਼ਨ ਕਿੰਨਾ ਕੁ ਹੈ। ਅੱਛਾ। ਔਰ ਜਿਹੜਾ ਨਾ ਗੋਬਰ ਵਗੈਰਾ ਦੀ ਸਫਾਈ ਕੀਤੀ ਹੈ। ਤੁਸੀਂ ਹੁਣ ਹੱਥ ਪਾਇਆ ਜਿਸ ਟਾਈਮ ਬੱਚੇਦਾਨੀ ਦੀ ਸੋਜ਼ਸ਼ ਚੈੱਕ ਕਰਦੇ ਹੋ, ਕੀ ਕਰਦੇ ਹੋ? ਜੀ ਜੀ ਇਹ ਸੋਜ਼ਸ਼ ਵੀ ਚੈੱਕ ਕਰਦੇ ਆ ਔਰ ਗੋਬਰ ਵੀ ਬਾਹਰ ਕੱਢਦੇ। ਗੋਬਰ ਬਾਹਰ ਕੱਢਣ ਦਾ ਮਕਸਦ ਇਹ ਹੁੰਦਾ ਕਿ ਜਦੋਂ ਮੈਂ ਹੁਣ ਦਵਾਈ ਰੱਖਾਂਗਾ ਨਾ ਇਹ ਜ਼ੋਰ ਲਾ ਕੇ ਬਾਹਰ ਗੋਬਰ ਕਰਨ ਦੀ ਕੋਸ਼ਿਸ਼ ਕਰੇਗੀ, ਉਹ ਮੇਰੇ ਰਾੜ ਨੂੰ ਲੱਗ ਜਾਏਗਾ। ਜਦੋਂ ਰਾੜ ਨੂੰ ਲੱਗੇਗਾ ਤੇ ਫਿਰ ਉਹ ਬਾਹਰੋਂ ਇਨਫੈਕਸ਼ਨ ਹੋਰ ਆਪਾਂ ਅੰਦਰ ਨੂੰ ਧਕੇਲਾਂਗੇ। ਉਹ ਗੋਬਰ ਅੰਦਰ ਨਹੀਂ ਜਾਣਾ ਚਾਹੀਦਾ। ਅੱਛਾ। ਹਾਂਜੀ ਉਹਦੇ ਲਈ ਇਹ ਠੀਕ ਹੋ ਗਿਆ ਜੀ। ਇਸ ਟਾਈਮ ਇਹ ਦਵਾਈ ਡਾਕਟਰ ਸਾਹਿਬ ਨੇ ਤੁਹਾਨੂੰ ਦੱਸ ਦਿੱਤੀ ਹੈ ਕਿ ਦਵਾਈ ਜਿਹੜੀ ਹੈ ਕਿਹੜੀ ਰੱਖਣ ਲੱਗੇ ਆ ਤੇ ਡਾਕਟਰ ਸਾਹਿਬ ਅੱਗੇ ਮਜ਼ੀਦ ਜਦੋਂ ਇਹਦਾ ਪ੍ਰੋਟੋਕੋਲ ਕਰਦੇ ਆ ਨਾ ਜੀ ਉਹ ਤੁਹਾਨੂੰ ਦੱਸਦੇ ਆ। ਬੇਸਿਕਲੀ ਇਹਦੇ ਜਿਹੜੇ ਅੰਦਰੋਂ ਇਨਫੈਕਸ਼ਨ ਜਿਹੜਾ ਨਾ ਆ ਜਾਂਦਾ ਹੈ
ਔਰ ਜਾਨਵਰ ਦਾ ਜਿਹੜਾ ਨਾ ਉਹ ਮਾਦਾ ਜਿਹਾ ਮਤਲਬ ਸੁੱਟਦੀ ਰਹਿੰਦੀ ਹੈ। ਕੀ ਡਾਕਟਰ ਸਾਹਿਬ ਉਹਨੂੰ ਕਹਿੰਦੇ ਨੇ ਬੜਾ? ਉਹਨੂੰ ਜੀ ਪਸ ਕਹਿੰਦੇ, ਪਸ ਕਹਿੰਦੇ ਆ। ਪਸ ਜਿਹੜੀ ਸੁੱਟਦੀ ਰਹਿੰਦੀ ਨਾ, ਪਸ ਆਂਦੀ ਰਹਿੰਦੀ, ਉਹਦੀ ਵਜ੍ਹਾ ਨਾਲ ਜਲਦੀ ਪ੍ਰੈਗਨੈਂਟ ਨਹੀਂ ਹੁੰਦਾ ਜਾਨਵਰ। ਜੀ ਜਾਨਵਰ ਸੂਣ ਤੋਂ ਬਾਅਦ ਮੈਲਾ ਜੇ ਪ੍ਰੋਪਰ ਨਾ ਸੁੱਟੇ ਤੇ ਫਿਰ ਜਿਹੜਾ ਨਾ ਇਸ ਤਰ੍ਹਾਂ ਦੇ ਮਸਲੇ ਬਣਦੇ ਆ। ਅੱਛਾ ਡਾਕਟਰ ਸਾਹਿਬ, ਇਹ ਜਿਹੜਾ ਤੁਸੀਂ ਰਾਡ ਬੇਸਿਕਲੀ ਸਲਾਈ ਜੀ ਅੰਦਰ ਦਿੰਦੇ ਹੋ, ਇਹ ਹੁਣ ਤੁਸੀਂ ਦਵਾਈ ਰੱਖ ਰਹੇ ਹੋ? ਜੀ ਇਹ ਦਵਾਈ ਹਲੇ ਤੁਹਾਨੂੰ ਦੱਸਦੇ ਆ, ਇਹ ਮੈਂ ਹਲੇ ਸਿਰਫ ਜਸਟ ਰਾਡ ਪਾਸ ਕਰ ਰਹੀ। ਅੱਛਾ, ਇਹਦੇ ਨਾਲ ਕੀ ਚੈੱਕ ਕਰ ਰਹੇ ਹੋ ਤੁਸੀਂ? ਇਹ ਜੀ ਪਹਿਲੇ ਰਾਡ ਨੂੰ ਕ੍ਰਾਸ ਕਰੀਦਾ, ਉਤੋਂ ਚੁੰਡੀ ਪਾਦਾ। ਅੱਛਾ, ਤਸੱਲੀ ਨਾਲ ਰਾਡ ਨੂੰ ਕ੍ਰਾਸ ਕਰਨਾ ਹੁੰਦਾ ਤਾਂ ਕਿ ਅੰਦਰੋਂ ਯੂਟਰਸ ਜਿਹੜੀ ਹੈ ਨਾ ਬੱਚੇਦਾਨੀ ਉਹ ਜ਼ਖਮੀ ਨਾ ਹੋ ਜਾਏ। ਅੱਛਾ, ਉਸ ਤੋਂ ਬਾਅਦ ਮੈਟਰੀਕਿਓਰ ਹੈ ਜਿਹੜੀ ਉਹ ਇਸ ਤਰ੍ਹਾਂ ਦੀ ਸਿਰਿੰਜ ਵਿੱਚ ਪਾ ਲੈਣੀ ਹੁੰਦੀ ਹੈ, ਕਿਉਂਕਿ ਉਹ ਜਿਹੜੀ ਮੈਟਰੀਕਿਓਰ ਟਿਊਬ ਜਿਹੜੀ ਉਹ ਆਂਦੀ ਹੈ ਉਹ ਡਾਇਰੈਕਟ ਨਹੀਂ ਰੱਖ ਸਕਦੇ। ਅੱਛਾ, ਉਹ ਸ਼ੀਟ ਦੇ ਹਿਸਾਬ ਨਾਲ ਨਾ ਇਹਦਾ ਇੱਕ ਮੂੰਹ ਬਣਿਆ ਹੋਇਆ ਸਿਰਿੰਜ ਦਾ, ਫਿਰ ਇਹਦੇ ਵਿੱਚ ਪਾ ਕੇ ਉਹਨੂੰ ਪੁਸ਼ ਕਰ ਦੇਣਾ। ਹੁਣ ਤੁਹਾਨੂੰ ਕਿੱਦਾਂ ਪਤਾ ਚੱਲਿਆ ਕਿ ਰਾਡ ਬਿਲਕੁਲ ਬੱਚੇਦਾਨੀ ਦੇ ਉੱਤੇ? ਇਹ ਜੀ ਮੈਂ ਜਦੋਂ ਅੰਦਰ ਹੱਥ ਪਾਇਆ ਸੀ ਰੈਕਟਮ 'ਚ, ਮੈਂ ਉਸ ਟਾਈਮ ਹੀ ਤਸੱਲੀ ਕਰ ਲਈ ਸੀ ਕਿ ਮੇਰਾ ਰਾਡ ਜਿਹੜਾ ਨਾ ਸਰਵੈਕਸ ਕ੍ਰਾਸ ਕਰਕੇ ਅੰਦਰ ਬੱਚੇਦਾਨੀ 'ਚ ਚਲਾ ਗਿਆ। ਠੀਕ ਹੈ। ਕੁਛ ਜਿਹੜੇ ਡਾਕਟਰ ਹੈ ਨੇ ਉਹ ਨਾ ਇਹ ਸਿਰਿੰਜ ਨੂੰ ਕੱਢ ਕੇ ਹਵਾ ਭਰ ਕੇ ਨਾ ਉਹਦੇ ਵਿੱਚ ਛੱਡਦੇ ਨੇ, ਲੇਕਿਨ ਇਹ ਤਰੀਕਾ ਗਲਤ ਹੈ। ਅੱਛਾ, ਹਵਾ ਨਹੀਂ ਉਹਦੇ ਵਿੱਚ ਛੱਡਣੀ, ਸਿਰਫ ਇੱਕੋ ਦਫਾ ਹੀ ਤੁਸੀਂ ਉਹਨੂੰ ਪੁਸ਼ ਕਰਨਾ, ਮੈਡੀਸਨ ਅੰਦਰ ਚਲੀ ਜਾਵੇ ਬਸ। ਹੁਣ ਸਾਡੀ ਟਿਊਬ ਅੰਦਰ ਚਲੀ ਗਈ ਹੈ ਔਰ ਮੈਂ ਸ਼ੀਟ ਬਾਹਰ ਕੱਢ ਲਈ ਹੈ। ਅੱਛਾ, ਟਿਊਬ ਸਾਰੀ ਅੰਦਰ ਚਲੀ ਗਈ ਹੈ। ਇਹ ਅੰਦਰ ਟ੍ਰੀਟਮੈਂਟ ਹੋ ਜਾਏਗਾ ਹੁਣ? ਹਾਂਜੀ, ਇਹ ਹੁਣ ਇਹਦਾ ਟ੍ਰੀਟਮੈਂਟ ਹੋ ਗਿਆ। ਇਹਦੇ ਨਾਲ ਅਸੀਂ ਇਹਨੂੰ ਸਾਈਕਲੋਮੇਟ ਲਾਣਾ। ਸੋਜ਼ਿਸ਼ ਖਤਮ ਕਰੇਗੀ? ਇਹ ਸੋਜ਼ਿਸ਼ ਵੀ ਖਤਮ ਕਰੇਗੀ। ਅੰਦਰ ਜਿਹੜਾ ਬੈਕਟੀਰੀਅਲ ਇਨਫੈਕਸ਼ਨ ਹੈ, ਜਰਾਸੀਮਾਂ ਨੇ ਗਰੋਥ ਕੀਤੀ, ਆਪਣੀ ਇੱਕ ਕਲੋਨੀ ਬਣਾਈ ਹੈ ਅੰਦਰ, ਉਹਨੂੰ ਵੀ ਖਤਮ ਕਰੇਗੀ। ਇਹ ਜਾਨਵਰ ਨੇ ਬੱਚਾ ਕਿੰਨੇ ਦਿਨ ਪਹਿਲੇ ਡਿਲੀਵਰ ਕੀਤਾ? ਇਹਨੂੰ ਜੀ ਤਕਰੀਬਨ ਕੋਈ 25 ਕੁ ਦਿਨ ਹੋ ਗਏ ਬੱਚਾ ਦਿੱਤੇ। 25 ਦਿਨ? ਹਾਂਜੀ। ਤੇ ਤੁਸੀਂ ਕੀ ਸਮਝਦੇ ਹੋ ਕਿ ਹੁਣ ਕਿੰਨੇ ਦਿਨਾਂ ਬਾਅਦ ਇਹ ਪ੍ਰੈਗਨੈਂਟ ਹੋ ਜਾਏਗੀ? ਇਹ ਇਨਸ਼ਾਅੱਲਾ ਹੁਣ ਅਸੀਂ ਇਹਨੂੰ ਲਾ ਰਹੇ ਹਾਂ ਨਾਲ ਸਾਈਕਲੋਮੇਟ। ਅੱਛਾ, ਇਹ 150 ਦਾ ਇੰਜੈਕਸ਼ਨ ਆ। ਇਹ ਵੀ ਜਾਨਵਰ ਦੀ ਨਾ ਬੱਚੇਦਾਨੀ ਦੀ ਸਫਾਈ। ਚੁੱਕ ਕੇ ਦਿਖਾਓ ਮੈਨੂੰ ਇੱਕ ਮਿੰਟ। ਇਹ ਸਾਈਕਲੋਮੇਟ ਇੰਜੈਕਸ਼ਨ ਆ, ਬੜਾ ਸਸਤਾ ਜਿਹਾ, 200-250 ਦੀ ਕੀਮਤ ਹੈ। ਅੱਛਾ, ਇਹ ਜਿਹੜਾ ਇਹ ਅਸੀਂ ਨਾਲ ਇੱਕ ਲਾ ਦੇਣਾ ਹੁਣ ਇਹਨੂੰ। ਅੱਛਾ, ਇਹਦੇ ਨਾਲ ਕੀ ਹੋਏਗਾ ਕਿ ਇਹ ਅੰਦਰੋਂ ਜਿਹੜਾ ਮਵਾਦ ਹੈ ਨਾ ਬਾਹਰ ਜ਼ਿਆਦਾ ਤੋਂ ਜ਼ਿਆਦਾ ਕੱਢੇਗੀ। ਅੱਛਾ, ਇਹ ਸਾਈਕਲੋਮੇਟ ਹਾਰਮੋਨ ਹੈ ਜੀ। ਇਹ ਜਦੋਂ ਜਾਨਵਰ ਨੂੰ ਨਾਲ ਲਾਣੇ, ਵੱਡੀ ਸੂਈ ਨਾਲ ਲਾਣਾ ਹੁੰਦਾ। ਅੱਛਾ, 2 ml ਹੁੰਦਾ ਹੈ, 2 ml ਹੀ ਲਾਣਾ। ਜਦੋਂ ਇਹ ਇਨਸ਼ਾਅੱਲਾ ਇਸ ਤੋਂ ਬਾਅਦ ਅਸੀਂ ਇਹਨੂੰ ਕੋਈ ਹਫਤੇ ਬਾਅਦ ਦੁਬਾਰਾ ਚੈੱਕ ਕਰਾਂਗੇ। ਅੱਛਾ, ਅਗਰ ਇਹ ਕਲੀਅਰ ਹੋਈ ਫਿਰ ਇਹਨੂੰ ਅਸੀਂ ਮਹੀਨੇ ਦੇ ਬਾਅਦ ਜਿਹੜਾ 40 ਦਿਨ ਦੇ ਅੰਦਰ ਅੰਦਰ ਇਹਨੂੰ ਪ੍ਰੋਟੋਕੋਲ ਲਾ ਦੇਣਾ। ਠੀਕ ਹੈ, ਪ੍ਰੋਟੋਕੋਲ ਲਾਣਾ, ਫਿਰ ਇਹਨੇ ਹੀਟ ਤੇ ਆ ਜਾਣਾ ਦੁਬਾਰਾ। ਫਿਰ ਅਸੀਂ ਇਨਸ਼ਾਅੱਲਾ। ਨਿਸ਼ਾਨੀ ਕੀ ਹੁੰਦੀ ਡਾਕਟਰ ਸਾਹਿਬ ਹੀਟ ਤੇ ਆਣ ਦੀ? ਜਦੋਂ ਇਹ ਹੀਟ ਤੇ ਆਏਗੀ ਕਿਵੇਂ ਪਤਾ ਚੱਲੇਗਾ? ਹੀਟ ਤੇ ਆਏਗੀ, ਸਾਰੇ ਆਵਾਜ਼ਾਂ ਕੱਢੇਗੀ, ਦੂਸਰੀਆਂ ਗਾਈਆਂ ਤੇ ਜੰਪ ਕਰੇਗੀ। ਅੱਛਾ, ਜਿਹੜੇ ਦੂਸਰੇ ਜਾਨਵਰ ਆ ਉਹ ਇਹਦੇ ਉੱਤੇ ਜੰਪ ਕਰਨਗੇ, ਇਹ ਫਿਰ ਥੱਲੇ ਸਟੈਂਡ ਹੋਏਗੀ। ਅੱਛਾ, ਉੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਜਾਨਵਰ ਹੀਟ ਤੇ ਹੈ। ਅੱਛਾ, ਇਹ ਡਾਕਟਰ ਸਾਹਿਬ ਜਦੋਂ ਫੀਮੇਲ ਦੇ ਉੱਤੇ ਚੜ੍ਹਦੀ ਹੈ, ਇਹਨਾਂ ਨੂੰ ਬੇਸਿਕਲੀ ਜਾਨਵਰ ਨੂੰ ਨਹੀਂ ਪਤਾ ਹੁੰਦਾ ਕਿ ਮਤਲਬ ਅਸੀਂ ਮੇਲ ਨਾਲ ਕ੍ਰਾਸ ਹੋਣਾ, ਤੇ ਇਹ ਕਿਉਂ ਇੱਕ ਦੂਸਰੇ ਦੇ ਉੱਤੇ ਚੜ੍ਹਦੀਆਂ ਹੁੰਦੀਆਂ ਨੇ? ਮੈਂ ਅਕਸਰ ਦੇਖਿਆ ਫੀਮੇਲ ਦੇ ਉੱਤੇ ਚੜ੍ਹ ਰਹੀ ਹੁੰਦੀ ਹੈ। ਜੀ ਇਹ ਅਸਲ 'ਚ ਉਹ ਹਾਰਮੋਨ ਰਿਲੀਜ਼ ਹੋ ਰਿਹਾ ਹੁੰਦਾ ਇਹਨਾਂ ਦੀ ਵਲਵਾ ਤੋਂ, ਫੇਰਾਮੋਨ। ਅੱਛਾ, ਉਹ ਜਦੋਂ ਜਾਨਵਰ ਸਮੈਲ ਕਰ ਰਹੇ ਹੁੰਦੇ ਨਾ ਤਾਂ ਫਿਰ ਇਹਦੇ ਉੱਤੇ ਜੰਪ ਕਰਦੇ ਨੇ। ਅੱਛਾ, ਅਸੀਂ ਵੀ ਇਹੀ ਦੇਖਦੇ ਹਾਂ, ਜਦੋਂ ਇਹਦੇ ਤੇ ਦੂਸਰੇ ਜਾਨਵਰ ਜੰਪ ਕਰਨਗੇ ਨਾ, ਇਹਨੇ ਥੱਲੇ ਟੇਕ ਕੇ ਖਲੋ ਜਾਣਾ ਇੱਕ ਵਾਰੀ, ਉਹੀ ਅਸੀਂ ਟਾਈਮ ਨੋਟ ਕਰਨਾ ਹੈ। ਠੀਕ। ਅੱਛਾ, ਜਾਨਵਰ ਦਾ ਜਿਹੜਾ ਆਪਣਾ ਸੈਂਸਰ ਹੁੰਦਾ ਵਾ, ਇਹ ਸੈਂਸਰ ਇਹਨਾਂ ਦਾ ਪਛਾਣਦਾ ਵਾ ਕਿ ਮੈਂ ਇਸ ਟਾਈਮ ਫੀਮੇਲ ਦੇ ਕੋਲ ਹੀ ਖੜੀ ਹਾਂ, ਹਾਲਾਂਕਿ ਮੇਲ ਨਹੀਂ, ਜਾਂ ਮਾਲਕ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੀ ਹੁੰਦੀ ਹੈ? ਜੀ ਇਹ ਸਮਝੋ ਅੱਲਾਹ ਤਾਲਾ ਦਾ ਨਿਜ਼ਾਮ ਹੈ, ਮਾਲਕ ਨੂੰ ਹੀ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਹੀਟ ਤੇ ਹੈ। ਅੱਛਾ, ਉਸ ਤੋਂ ਬਾਅਦ ਇਹਦਾ ਜਿਹੜਾ ਨਾ ਡਿਸਚਾਰਜ ਤੋਂ ਵੀ ਪਤਾ ਚੱਲ ਜਾਂਦਾ ਹੈ, ਵਾਈਟ ਮਿਊਕਸ ਇਹ ਖਾਰਜ ਕਰ ਰਹੀ ਹੁੰਦੀ ਹੈ। ਅੱਛਾ, ਉਹ ਤੋਂ ਵੀ ਪਤਾ ਚੱਲ ਜਾਂਦਾ ਕਿ ਜਾਨਵਰ ਹੀਟ ਤੇ ਹੈ। ਫਿਰ ਉਹ ਜਿਹੜਾ ਇੱਕ ਦਫਾ ਅਸੀਂ ਇਹਨੂੰ ਅੰਦਰ ਹੱਥ ਪਾ ਕੇ ਵੀ ਪਤਾ ਕਰ ਲੈਂਦੇ ਹਾਂ ਕਿ ਅੰਦਰ ਇਹਦਾ ਓਵਰੀ ਦਾ ਕੀ ਸਟੇਟਸ ਹੈ ਔਰ ਜਾਨਵਰ ਕਦੋਂ ਹੀਟ ਤੇ ਆਇਆ, ਕਦੋਂ ਇਹਨੂੰ ਸੀਮਨ ਰੱਖਣਾ। ਹੁਣ ਪ੍ਰੋਟੋਕੋਲ ਹੋ ਗਿਆ? ਹਾਂਜੀ, ਇਹਦਾ ਹੁਣ ਪ੍ਰੋਟੋਕੋਲ ਹੋ ਗਿਆ। ਠੀਕ ਹੋ ਗਿਆ ਜੀ, ਤੁਸੀਂ ਰਿਲੀਜ਼ ਕਰ ਦਿਓ। ਇਹ ਜੀ ਪ੍ਰੋਟੋਕੋਲ ਹੋ ਗਿਆ। ਅੰਦਰ ਜਿਹੜਾ ਇਹਦੇ ਪਸ ਵਗੈਰਾ ਆ ਰਹੀ ਸੀ, ਪਸ ਵਗੈਰਾ ਨੂੰ ਖਤਮ ਕਰਨ ਵਾਸਤੇ, ਸੋਜ਼ਿਸ਼ ਨੂੰ ਖਤਮ ਕਰਨ ਵਾਸਤੇ ਅੰਦਰ ਬੱਚਾਦਾਨੀ ਦੇ ਵਿੱਚ ਇਹ ਪ੍ਰੋਟੋਕੋਲ ਦਿੱਤਾ। ਦਵਾਈਆਂ ਵਗੈਰਾ ਤੁਹਾਨੂੰ ਦਿਖਾਤੀਆਂ ਨੇ, ਇੱਕ ਇੰਜੈਕਸ਼ਨ ਟ੍ਰਾਂਸਫਰ ਕੀਤਾ ਤੇ ਇੱਕ ਕਰੀਮ ਹੈ ਕੋਈ ਡਾਕਟਰ ਸਾਹਿਬ? ਹਾਂਜੀ, ਇਹ ਮੈਟਰੀਕਿਓਰ ਟਿਊਬ ਹੈ ਜੀ। ਟਿਊਬ ਹੈ ਜੀ, ਉਹ ਟ੍ਰਾਂਸਫਰ ਕਰ ਦਿੱਤੀ ਹੈ ਤੇ ਪ੍ਰੋਟੋਕੋਲ ਇਹਦਾ ਹੋ ਗਿਆ। ਉਮੀਦ ਆ ਕਿ ਇਹ ਤੁਹਾਨੂੰ ਸਾਰਾ ਪ੍ਰੋਸੀਜਰ ਸਮਝ ਆ ਗਿਆ ਹੋਏਗਾ ਔਰ ਇਹਦਾ ਪ੍ਰੋਟੋਕੋਲ ਸਮਝ। ਵੈਸੇ ਇਹਦੇ ਵਿੱਚ ਮੇਨ ਚੀਜ਼ ਜਿਹੜੀ ਮੈਨੂੰ ਅੱਜ ਤੱਕ ਪਤਾ ਚੱਲੀ ਹੈ ਡਾਕਟਰ ਸਾਹਿਬ, ਉਹੀ ਪਤਾ ਚੱਲੀ ਹੈ ਕਿ ਪਸ ਆਉਣ ਦੀ ਮੇਨ ਵਜ੍ਹਾ ਤੋਂ ਜਿਹੜਾ ਵਾ ਇਹ ਜਲਦੀ ਮਤਲਬ ਜੀ ਉਹਦੀ ਵਜ੍ਹਾ ਤੋਂ ਹੀ ਗੱਭਣ ਨਹੀਂ ਹੋ ਰਹੀਆਂ, ਉਹਦੀ ਵਜ੍ਹਾ ਤੋਂ ਗੱਭਣ ਨਹੀਂ ਹੁੰਦੀਆਂ। ਠੀਕ ਹੈ ਜੀ, ਜਾਨਵਰ ਅਸੀਂ ਰਿਲੀਜ਼ ਕਰ ਦਿੱਤਾ ਹੈ
और रिलीज करके जनाब होर कोई प्रोटोकॉल किसी जानवर का हैगा? नहीं सर फिलहाल आज दी डेट च कोई नहीं। ठीक हो गया जी, आज दी डेट दे विच यही प्रोटोकॉल है। जीएन डेयरी फार्म ते असीं खड़े। डॉक्टर साहब अपना नंबर दस्सिओ। 0304 जी 3507845 7845 ਤੇ ਡਾਕਟਰ ਸਾਹਿਬ ਦਾ ਤੁਸੀਂ ਇੰਟਰਵਿਊ ਦੇਖ ਲਿਆ। ਮੈਨੂੰ ਪੂਰੀ ਉਮੀਦ ਹੈ ਕਿ ਇਨਫੋਰਮੇਟਿਵ ਵੀਡੀਓ ਇਸ ਹਸਾਮ ਫਾਰਮੋਲੋਜੀ ਚੈਨਲ ਤੋਂ ਤੁਹਾਨੂੰ ਮਿਲਦੀਆਂ ਰਹਿੰਦੀਆਂ ਨੇ ਔਰ ਮਜ਼ੀਦ ਇਨਫੋਰਮੇਸ਼ਨ ਦੀ ਵੀਡੀਓ ਦੇਖਣ ਵਾਸਤੇ ਇਸ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ ਔਰ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ। ਵੀਡੀਓ ਨੂੰ ਲਾਈਕ ਜਦੋਂ ਤੁਸੀਂ ਕਰਦੇ ਹੋ ਤਾਂ ਫਿਰ ਉਹਦੇ ਨਾਲ ਸਾਡੀ ਰੈਂਕਿੰਗ ਵੱਧਦੀ ਹੈ ਔਰ ਮਜ਼ੀਦ ਜਿਹੜਾ ਨਾ ਸਾਨੂੰ ਤੁਸੀਂ ਜਿਸ ਟਾਈਮ ਥੱਲੇ ਕਮੈਂਟਸ ਕਰਦੇ ਹੋ ਉਹਦੇ ਨਾਲ ਸਾਡੀ ਮਜ਼ੀਦ ਰੈਂਕਿੰਗ ਵੱਧਦੀ ਹੈ ਔਰ ਮੇਰਾ ਹੱਕ ਬਣਦਾ ਹੈ ਕਿ ਤੁਸੀਂ ਮੇਰੀ ਵੀਡੀਓ ਦੀ ਰੈਂਕਿੰਗ ਨੂੰ ਵਧਾਓ। ਜਦੋਂ ਰੈਂਕਿੰਗ ਵਧੇਗੀ ਤਾਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਕੋਲ ਇਹ ਜਿਹੜੀ ਚੀਜ਼ ਪਹੁੰਚੇਗੀ ਔਰ ਲੋਕ ਡੇਅਰੀ ਫਾਰਮ ਦੀ ਤਰਫ, ਲਾਈਫ ਸਟਾਕ ਦੀ ਫਾਰਮਿੰਗ ਦੀ ਤਰਫ ਜਿਹੜੇ ਨਾ ਉਹ ਆਣਗੇ। ਇਹ ਤੁਸੀਂ ਚੈੱਕ ਕਰ ਲਓ ਕਿ ਜਾਨਵਰਾਂ ਦਾ ਪ੍ਰੋਟੋਕੋਲ ਮੈਂ ਤੇ ਦਿਖਾਉਣ ਲੱਗਾ ਕਿ ਇਸ ਟਾਈਮ ਅਕਤੂਬਰ ਦਾ ਮਹੀਨਾ ਵਾ। ਅਕਤੂਬਰ ਦਾ ਪਹਿਲਾ ਹਫਤਾ ਸਟਾਰਟ ਹੋ ਗਿਆ, ਮੌਸਮ ਅੱਛਾ ਵਾ, ਰਾਤ ਬਾਰਿਸ਼ ਵੀ ਹੋਈ ਸੀ ਤਾਂ ਉਸ ਦੇ ਬਾਵਜੂਦ ਜਾਨਵਰਾਂ ਦਾ ਪ੍ਰੋਟੋਕੋਲ ਤੁਸੀਂ ਚੈੱਕ ਕਰ ਲਓ ਕਿ ਫਰੀਜ਼ਨ ਜਾਨਵਰਾਂ ਦਾ ਜਿਹੜਾ ਪ੍ਰੋਟੋਕੋਲ ਆ ਉਹਨੂੰ ਤੁਸੀਂ ਸ਼ਾਵਰ ਸਿਸਟਮ ਹਾਲੇ ਵੀ ਅਸੀਂ ਦੇ ਰਹੇ। ਡਾਕਟਰ ਸਾਹਿਬ ਸ਼ਾਵਰ ਸਿਸਟਮ ਜਿਹੜਾ ਵਾ ਉਹ ਕਿੰਨੇ ਕੁ ਮਹੀਨੇ ਤੱਕ ਚੱਲੇਗਾ? ਇਹ ਸਰ ਜੀ ਇਹ ਅਕਤੂਬਰ ਦਾ ਮਹੀਨਾ ਜਿਹੜਾ ਨਾ ਪੂਰਾ ਚੱਲਦਾ ਰਹਿਣਾ। ਅਕਤੂਬਰ ਮੁਕੰਮਲ ਚੱਲੇਗਾ? ਹਾਂਜੀ ਅਕਤੂਬਰ ਮੁਕੰਮਲ ਚੱਲਦਾ ਰਹੇ। ਅਕਤੂਬਰ ਜੀ ਮੁਕੰਮਲ ਜਾਨਵਰਾਂ ਦਾ ਪ੍ਰੋਟੋਕੋਲ ਮਿਲੇਗਾ। ਇਹ ਤੁਹਾਨੂੰ ਮੈਂ ਸ਼ਾਵਰ ਸਿਸਟਮ ਦਿਖਾ ਦੇਣਾ। ਸ਼ਾਵਰ ਸਿਸਟਮ ਇਸ ਟਾਈਮ ਚੱਲਦਾ ਪਿਆ ਵਾ ਤੇ ਚਲਾ ਕੇ ਜਨਾਬ ਜਾਨਵਰ ਜਿਹੜੇ ਨਾ ਇਹਦੇ ਵਿੱਚ ਇੰਜੋਏ ਕਰ ਰਹੇ ਨੇ ਔਰ ਤੁਸੀਂ ਅਗਰ ਜ਼ਿਆਦਾ ਦੁੱਧ ਲੈਣਾ ਵਾ ਤੇ ਇਹ ਜਨਾਬ ਇਹਨਾਂ ਨੂੰ ਸ਼ਾਵਰ ਸਿਸਟਮ ਜਿਹੜਾ ਨਾ ਤੁਹਾਨੂੰ ਇਸ ਮਹੀਨੇ ਦੇ ਵਿੱਚ ਵੀ ਦੇਣਾ ਪੈਣਾ ਔਰ ਇਹਨਾਂ ਦਾ ਜਦੋਂ ਖਾਣ ਪੀਣ ਦਾ ਤੁਸੀਂ ਖਿਆਲ ਕਰੋਗੇ, ਸ਼ਾਵਰ ਸਿਸਟਮ ਤੁਸੀਂ ਪੂਰੀ ਗਰਮੀਆਂ ਦੇ ਵਿੱਚ ਦਿਓਗੇ ਤੇ ਜ਼ਾਰੀ ਗੱਲ ਆ ਜਾਨਵਰ ਫਿਰ ਗਰਮੀਆਂ ਦੇ ਵਿੱਚ 20 ਲੀਟਰ 25 ਲੀਟਰ ਦੇਣਗੇ ਔਰ ਸਰਦੀਆਂ ਦੇ ਵਿੱਚ ਡਾਕਟਰ ਸਾਹਿਬ ਸਰਦੀਆਂ ਦੇ ਵਿੱਚ ਤੁਹਾਡੇ ਕਿੰਨੇ ਜਾਨਵਰ 50 ਲੀਟਰ ਦਿੰਦੇ ਨੇ? ਤੁਸੀਂ ਮੈਨੂੰ ਦੱਸਿਆ ਸੀ ਸਾਡੇ ਕੋਲ 30 ਜਾਨਵਰ ਹੈ ਜੀ ਜਿਹੜੇ 50 ਲੀਟਰ ਪ੍ਰੋਡਕਸ਼ਨ ਕਰਦੇ। ਅੱਛਾ 30 ਜਾਨਵਰ ਜਿਹੜੇ ਆ ਮਾਸ਼ਾਅੱਲਾ 50 ਲੀਟਰ ਕ੍ਰਾਸ ਦਿੰਦੇ ਨੇ। ਜੀ ਜੀ ਠੀਕ ਹੋ ਗਿਆ ਜੀ। ਅਗਲੀ ਵੀਡੀਓ ਦੇ ਵਿੱਚ ਇਨਸ਼ਾਅੱਲਾ ਤਾਲਾ ਤੁਹਾਨੂੰ ਦੱਸਾਂਗੇ ਕਿ ਕਿਹੜਾ ਐਸਾ ਪ੍ਰੋਟੋਕੋਲ ਆ ਜਿਹੜਾ ਦਸੰਬਰ ਦੇ ਵਿੱਚ ਜਨਵਰੀ ਦੇ ਵਿੱਚ ਤੁਸੀਂ ਜਾਨਵਰਾਂ ਨੂੰ ਨਾ 50 ਲੀਟਰ ਤੋਂ ਜ਼ਿਆਦਾ ਜਿਹੜਾ ਨਾ ਫਰੀਜ਼ਰ ਨੂੰ ਲੈ ਸਕਦੇ ਹੋ। ਹਾਲਾਂਕਿ ਇਹ ਤੁਸੀਂ ਚੈੱਕ ਕਰ ਲਓ ਗਰਮੀ ਦੇ ਮਹੀਨੇ ਨੇ, ਸ਼ਦੀਦ ਗਰਮੀ ਦੇ ਮਹੀਨੇ ਨੇ। ਹੁਣ ਇਸ ਟਾਈਮ ਮਹੀਨਾ ਤਾਂ ਗਰਮੀ ਦਾ ਨਹੀਂ ਹੈਗਾ ਲੇਕਿਨ ਤੁਸੀਂ ਇਹਨਾਂ ਦਾ ਪ੍ਰੋਟੋਕੋਲ ਚੈੱਕ ਕਰੋ ਕਿ ਹਾਲੇ ਵੀ ਇਹਨਾਂ ਨੂੰ ਸ਼ਾਵਰ ਮਿਲਦਾ ਪਿਆ। ਬੇਸਿਕਲੀ ਇਹ ਜਿਹੜੀ ਬਰੀਡ ਹੈ ਨਾ, ਬਰੀਡ ਹੈਗੀ ਹੈ ਠੰਡੇ ਇਲਾਕੇ ਦੀ। ਠੰਡੇ ਇਲਾਕੇ ਦੀ ਬਰੀਡ ਜਿਹੜੀ ਜਦੋਂ ਗਰਮੀ ਦੇ ਇਲਾਕੇ 'ਚ ਆਉਂਦੀ ਤੁਸੀਂ ਇਹਨਾਂ ਨੂੰ ਪ੍ਰੋਟੋਕੋਲ ਦਿੰਦੇ ਹੋ ਫਿਰ ਹੀ ਖੁਸ਼ ਰਹਿੰਦੀ ਹੈ, ਫਿਰ ਹੀ ਦੁੱਧ ਜਿਹੜਾ ਨਾ ਐਸਾ ਹੀ ਦਿੰਦੀ ਹੈ। ਉਮੀਦ ਹੈ ਕਿ ਇਹ ਵਲੌਗ ਤੁਹਾਨੂੰ ਬੜਾ ਅੱਛਾ ਪਸੰਦ ਆਇਆ ਹੋਵੇਗਾ ਔਰ ਨਵੇਂ ਵਲੌਗ ਵਾਸਤੇ ਦੁਬਾਰਾ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋਵਾਂਗੇ ਜਿਹੜਾ ਕਿ ਦਸੰਬਰ ਦੇ ਵਿੱਚ ਇਨਸ਼ਾਅੱਲਾ ਤਾਲਾ ਬਣੇਗਾ। ਬਹੁਤ ਬਹੁਤ ਸ਼ੁਕਰੀਆ।